Hello dear students, I am Avtar Singh and today we will start 9th chapter of plus 1 mathematics, that is sequence and series. So अपना 9th chapter है sequence and series। ਤਾਂ ਫਸਟਲੀ ਆਪਾਂ ਦੋਨੋਂ ਵਰਡਸ ਨੂੰ ਇੰਟਰੋਡਿਊਸ ਕਰ ਲਈਏ। ਸੀਕੁਐਂਸ ਦਾ ਕੀ ਮਤਲਬ ਆ ਐਂਡ ਸੀਰੀਜ਼ ਦਾ ਕੀ ਮਤਲਬ ਆ। ਤਾਂ ਸੀਕੁਐਂਸ ਦੀ ਜੇਕਰ ਆਪਾਂ ਗੱਲ ਕਰੀਏ, ਜਿਵੇਂ ਸਪੋਜ਼ ਕਰ ਲਓ ਆਪਾਂ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾਉਣ ਜਾਂਦੇ ਆ। ਪਹਿਲਾਂ ਆਪਣਾ 200 ਜਮ੍ਹਾਂ ਹੋਇਆ, ਫਿਰ 400, ਫਿਰ ਉਸ ਤੋਂ ਬਾਅਦ 800, ਫਿਰ 1600। ਸੋ ਇਸ ਤਰੀਕੇ ਇਹ ਇੱਕ ਕੀ ਕਰ ਰਹੀ ਹੈ, ਸੀਕੁਐਂਸ ਫਾਰਮ ਕਰ ਰਹੀ ਹੈ। ਜੇ ਆਪਾਂ ਹਿਊਮਨ ਪੋਪੂਲੇਸ਼ਨ ਦੀ ਗੱਲ ਕਰ ਲਈਏ, ਹਿਊਮਨ ਪੋਪੂਲੇਸ਼ਨ ਐਟ ਡਿਫਰੈਂਟ ਟਾਈਮਸ, ਇਹ ਵੀ ਕਰੇਗੀ, ਇੱਕ ਸੀਕੁਐਂਸ ਫਾਰਮ ਕਰੇਗੀ। ਤਾਂ ਹੋਰ ਇੱਦਾਂ ਦੀਆਂ ਬਹੁਤ ਚੀਜ਼ਾਂ ਜਿਵੇਂ ਇਹ ਸਾਰੀਆਂ ਸੀਕੁਐਂਸ ਫਾਰਮ ਕਰ ਰਹੀਆਂ ਹੈ ਨਾ। ਬਟ ਜਿਹੜੀਆਂ ਸੀਕੁਐਂਸਿਸ ਹੁੰਦੀਆਂ ਇਹ ਕੁਝ ਸਪੈਸ਼ਲ ਪੈਟਰਨਸ ਨੂੰ ਫੋਲੋ ਕਰਦੀਆਂ। ਜਿਵੇਂ ਆਪਾਂ ਆਪਣੀ 10th ਕਲਾਸ ਵਿੱਚ ਪੜ੍ਹਿਆ ਸੀ AP ਅਰਥਮੈਟਿਕ ਪ੍ਰੋਗਰੈਸ਼ਨਸ, ਉਹ ਵੀ ਇੱਕ ਤਰ੍ਹਾਂ ਦਾ ਕੀ ਸੀ, ਪੈਟਰਨ ਹੀ ਸੀਗਾ ਨਾ, ਜਿਹਦੇ ਵਿੱਚ ਕਾਮਨ ਡਿਫਰੈਂਸ D ਆ ਰਿਹਾ ਹੁੰਦਾ। ਸੋ ਇਹਨਾਂ ਦੇ ਵਿੱਚ ਵੀ ਕੋਈ ਨਾ ਕੋਈ ਆਪਣੇ ਕੋਲੇ ਕੋਈ ਪੈਟਰਨ ਫੋਲੋ ਹੋ ਰਿਹਾ। ਜਿਵੇਂ ਇੱਥੇ ਦੇਖੋ ਆਪਣੇ ਕੋਲੇ ਮਲਟੀਪਲਾਈ ਬਾਈ 2 ਹੋ ਰਿਹਾ ਸਾਰਿਆਂ ਦੇ ਵਿੱਚ। ਸੋ ਕਿਸੇ ਨਾ ਕਿਸੇ ਤਰ੍ਹਾਂ ਦਾ ਪੈਟਰਨ ਨੂੰ ਫੋਲੋ ਕਰ ਰਹੀਆਂ। ਸੋ ਆਪਾਂ ਲਿਖਦੇ ਹਾਂ ਜਿਹੜੇ ਪੈਟਰਨਸ ਨੂੰ ਇਹ ਫੋਲੋ ਕਰਦੀਆਂ ਉਹਨਾਂ ਪੈਟਰਨਸ ਨੂੰ ਕੀ ਬੋਲਿਆ ਜਾਂਦਾ, ਪ੍ਰੋਗਰੈਸ਼ਨਸ। ਠੀਕ ਹੈ, ਕੀ ਬੋਲਿਆ ਜਾਂਦਾ ਉਹਨਾਂ ਨੂੰ, ਪ੍ਰੋਗਰੈਸ਼ਨਸ। ਸੋ ਆਪਾਂ ਕਿਹੜੇ ਕਿਹੜੇ ਪ੍ਰੋਗਰੈਸ਼ਨਸ ਪੜ੍ਹੇ ਹੋਏ ਆ। ਪਹਿਲਾਂ ਆਪਾਂ ਪੜ੍ਹਿਆ ਹੋਇਆ ਜੀ ਅਰਥਮੈਟਿਕ ਪ੍ਰੋਗਰੈਸ਼ਨਸ ਪੜ੍ਹੇ ਓਨਲੀ, ਹੋਰ ਤਾਂ ਨਹੀਂ ਪੜ੍ਹਿਆ ਕੋਈ ਇਹ ਤੋਂ ਪਹਿਲਾਂ। ਬਟ ਹੁਣ ਆਪਾਂ ਹੋਰ ਵੀ ਪੜ੍ਹਾਂਗੇ ਕਾਫੀ ਸਾਰੇ। ਉਹਨਾਂ ਦੇ ਵਿੱਚੋਂ ਇੱਕ ਆਏਗਾ ਆਪਣਾ ਜਿਓਮੈਟ੍ਰਿਕ ਪ੍ਰੋਗਰੈਸ਼ਨ, ਜਿਓਮੈਟ੍ਰਿਕ ਪ੍ਰੋਗਰੈਸ਼ਨ ਆਏਗਾ। ਐਂਡ ਫਰਦਰ ਜਿਹੜੇ ਹੋਰ ਨਾਲ ਆਉਣਗੇ ਉਹਨਾਂ ਨੂੰ ਆਪਾਂ ਨਾਲ ਨਾਲ ਹੀ ਕਰਦੇ ਚੱਲਾਂਗੇ। ਠੀਕ ਹੈ, ਅਰਥਮੈਟਿਕ ਪ੍ਰੋਗਰੈਸ਼ਨ ਨੂੰ ਆਪਾਂ AP ਬੋਲਦੇ ਸੀ, ਇਸ ਨੂੰ GP ਬੋਲਾਂਗੇ ਜੀ। ਇਸ ਦੇ ਵਿੱਚ ਆਪਾਂ ਕਾਮਨ ਡਿਫਰੈਂਸ ਦੀ ਗੱਲ ਕਰਦੇ ਸੀ, ਇਸ ਦੇ ਵਿੱਚ ਆਪਾਂ ਰੇਸ਼ੀਓ ਦੀ ਗੱਲ ਕਰਾਂਗੇ। ਜਦੋਂ ਆਏਗਾ ਉਦੋਂ ਆਪਾਂ ਇਸ ਬਾਰੇ ਡਿਟੇਲ 'ਚ ਕਰ ਲਾਂਗੇ। ਸੋ ਸੀਕੁਐਂਸ ਤਾਂ ਪਤਾ ਲੱਗ ਗਿਆ ਹੋਣਾ ਕੀ ਚੀਜ਼ ਹੈ। ਐਂਡ ਇਸ ਤੋਂ ਬਾਅਦ ਆਪਣਾ ਵਰਡ ਆ ਗਿਆ ਸੀਰੀਜ਼। ਜੇਕਰ ਆਪਾਂ ਸੀਰੀਜ਼ ਦੀ ਗੱਲ ਕਰੀਏ ਤਾਂ ਸਪੋਜ਼ ਕਰ ਲੈਂਦੇ ਆਪਾਂ ਵੀ ਜਿਵੇਂ ਆਪਣੇ ਕੋਲ ਇੱਕ ਸੀਕੁਐਂਸ ਗਿਵਨ ਹੈ, ਲੈਟ A1 A2 A3 up to AN be any sequence, then ਜੇਕਰ ਆਪਾਂ ਇਸ ਦੀ ਸੀਰੀਜ਼ ਦੀ ਗੱਲ ਕਰਾਂਗੇ ਤਾਂ ਸੀਰੀਜ਼ ਕਿਹੜੀ ਹੋਏਗੀ, then A1 plus A2 plus A3 up to AN be series related with given sequence। ਕਲੀਅਰ, ਇਹ ਤਾਂ ਸਮਝ ਆ ਗਿਆ ਹੋਣਾ ਵੀ ਜਦੋਂ ਆਪਾਂ ਉਸ ਦਾ ਸਮ ਕਰ ਦਿੰਦੇ ਆ ਉਦੋਂ ਆਪਾਂ ਇਸ ਨੂੰ ਸੀਕੁਐਂਸ ਨੂੰ ਸੀਰੀਜ਼ ਦਾ ਨਾਮ ਦੇ ਦਿੰਦੇ ਆ ਐਕਚੁਅਲ ਦੇ ਵਿੱਚ। ਠੀਕ ਹੈ, ਸੀਰੀਜ਼ ਦੀ ਨੋਟੇਸ਼ਨ ਕਈ ਵਾਰ ਆਪਾਂ ਇਸ ਤਰੀਕੇ ਵੀ ਕਰ ਦਿੰਦੇ ਆ ਜਿਵੇਂ ਆਪਾਂ ਆਪਣੀ 10th ਕਲਾਸ 'ਚ ਕਰਦੇ ਆਏ ਸੀਗੇ। ਇਸ ਤਰੀਕੇ 14th ਚੈਪਟਰ 'ਚ ਆਪਾਂ ਕੀਤਾ ਸੀਗਾ। ਸੋ ਇਸ ਨੂੰ ਆਪਾਂ ਇਕੱਠਾ ਕਰਕੇ ਕੀ ਲਿਖ ਸਕਦੇ ਆ, ਕੇ ਦੀ ਵੈਲਿਊ ਕਿੱਥੋਂ ਕਿੱਥੋਂ ਲਾਈ ਕਰ ਰਹੀ ਆ, 1 ਤੋਂ ਲੈ ਕੇ N ਤੱਕ। ਠੀਕ ਹੈ, ਇਸ ਤਰੀਕੇ ਵੀ ਸੀਰੀਜ਼ ਨੂੰ ਲਿਖਿਆ ਜਾਂਦਾ। ਸੋ ਆਪਾਂ ਨੂੰ ਇੱਕ ਕੁਐਸਚਨ ਦਿੱਤਾ ਹੋਇਆ, ਰਾਈਟ ਦਾ ਫਸਟ 3 ਟਰਮਸ ਆਫ ਗਿਵਨ ਸੀਕੁਐਂਸ। ਐਂਡ ਆਪਾਂ ਨੂੰ ਇੱਕ ਸੀਕੁਐਂਸ ਦਿੱਤੀ ਹੋਈ ਆ, ਆਪਾਂ ਇਸ ਦੀਆਂ ਫਸਟ 3 ਟਰਮਸ ਦੱਸਣੀਆਂ। ਤਾਂ ਬਿਲਕੁਲ ਸਿੰਪਲ ਹੀ ਹੈ। N ਦੀ ਜਗ੍ਹਾ ਤੇ ਆਪਾਂ ਵੈਲਿਊਜ਼ ਪੁੱਟ ਕਰਾਂਗੇ, ਪੁਟਿੰਗ N is equals to 1 2 3। N ਦੀ ਵੈਲਿਊ ਪਹਿਲਾਂ ਆਪਾਂ 1 ਪੁੱਟ ਕਰਾਂਗੇ, ਫਿਰ 2, ਫਿਰ 3। ਸੋ ਆਪਣੇ ਕੋਲੇ 3 ਟਰਮਸ ਆ ਜਾਣਗੀਆਂ। ਪਲੀਜ਼ ਯਾਦ ਰੱਖਿਓ ਹਜੇ ਆਪਾਂ AP ਦੀ ਨਹੀਂ ਗੱਲ ਕਰ ਰਹੇ, ਓਨਲੀ ਸੀਕੁਐਂਸ ਦੀ ਗੱਲ ਹੋ ਰਹੀ ਹੈ ਇੱਥੇ। ਠੀਕ ਹੈ, ਹਾਂਜੀ। ਤਾਂ ਆਪਣੇ ਕੋਲੇ A1 ਕਿੰਨੀ ਆ ਜਾਏਗੀ, 2, 1 + 5 ਕਿੰਨਾ ਹੋ ਜਾਏਗਾ, ਇਹ 7। A2 ਕਿੰਨੀ ਆ ਜਾਏਗੀ, 2 × 2 + 5, 4 + 5 ਇਹ ਹੋ ਜਾਏਗਾ 9। ਐਂਡ ਉਸ ਤੋਂ ਬਾਅਦ A3 ਇਹ ਕਿੰਨਾ ਹੋ ਜਾਏਗਾ, 2 × 3 + 5 ਇਹ ਹੋ ਜਾਏਗਾ 11। ਭਾਵੇਂ ਇਹ AP ਬਣ ਰਹੀ ਹੈ ਬਟ ਹਜੇ ਆਪਾਂ AP ਦੀ ਨਹੀਂ ਗੱਲ ਕਰ ਰਹੇ, ਸੀਕੁਐਂਸ ਦੀ ਗੱਲ ਹੋ ਰਹੀ ਹੈ ਓਨਲੀ। ਠੀਕ ਹੈ, ਸਿਮਿਲਰਲੀ ਆਪਾਂ ਨੂੰ ਇਦਾਂ ਦੇ ਇੱਕ ਨੰਬਰ ਦੇ ਕੁਐਸਚਨ ਮਿਲ ਸਕਦੇ ਆ। ਜਿਵੇਂ ਆਪਣੇ ਕੋਲੇ ਹੋਰ ਕੁਐਸਚਨ ਦਿੱਤਾ ਹੋਇਆ ਇੱਕ, ਵਾਟ ਇਜ਼ ਦਾ 20th ਟਰਮ ਆਫ ਦਾ ਸੀਕੁਐਂਸ। ਆਪਾਂ ਨੂੰ ਇੱਕ ਸੀਕੁਐਂਸ ਦਿੱਤੀ ਹੋਈ ਹੈ, ਫਿਰ AN is equals to N - 1 2 - N and 3 + N। ਆਪਾਂ 20th ਟਰਮ ਦੱਸਣੀ ਆ ਤਾਂ ਬਿਲਕੁਲ ਸੇਮ ਆਪਾਂ N ਦੀ ਜਗ੍ਹਾ ਤੇ 20 ਪੁੱਟ ਕਰ ਦਿਆਂਗੇ। ਸੋ ਆਪਣੇ ਕੋਲੇ A20 ਦੀ ਵੈਲਿਊ ਆ ਜਾਏਗੀ, ਹਾਂਜੀ 20 - 1 2 - 20 ਐਂਡ 3 + 20। ਹਾਂਜੀ, ਤਾਂ ਇਹ ਆ ਜਾਏਗਾ 19 × -18 × 23।
ਤਾਂ ਮੈਂ ਇਦਾਂ ਕਰਦਾ ਪਾਸੇ ਆਪਾਂ ਮਲਟੀਪਲਾਈ ਕਰਕੇ ਦੇਖ ਲਿਆ। ਸੋ ਇਸ ਦਾ ਆਨਸਰ ਆ ਜਾਏਗਾ 7866 ਮਾਈਨਸ ਸੀਗਾ ਤਾਂ ਮਾਈਨਸ। ਠੀਕ ਹੈ, ਬਿਲਕੁਲ ਸਿੰਪਲੀ ਕੁਐਸਚਨ ਹੈ ਤਾਂ। ਐਂਡ ਹੁਣ ਆਪਾਂ ਗੱਲ ਕਰਦੇ ਹਾਂ ਅਰਥਮੈਟਿਕ ਪ੍ਰੋਗਰੈਸ਼ਨਸ, ਜੋ ਆਪਾਂ ਆਪਣੀ 10th ਕਲਾਸ ਵਿੱਚ ਵੀ ਪੜ੍ਹਿਆ ਹੋਇਆ, ਜਿਸ ਨੂੰ ਆਪਾਂ AP ਦਾ ਨਾਮ ਵੀ ਦਿੱਤਾ ਸੀ। ਠੀਕ ਹੈ, ਹਾਂਜੀ। ਤਾਂ ਜਿਵੇਂ ਆਪਣੇ ਕੋਲ ਇੱਕ ਸੀਕੁਐਂਸ ਦਿੱਤੀ ਹੋਈ ਆ A1 A2 ਅਪ ਟੂ AN, ਤਾਂ ਆਪਾਂ ਇਹ ਸੀਕੁਐਂਸ ਨੂੰ AP ਸੀਕੁਐਂਸ ਕਹਿੰਦੇ ਸੀ ਜੇਕਰ ਇਹ ਸੈਟੀਸਫਾਈ ਕਰਦੀ ਸੀ AN+1 ਮਾਈਨਸ AN ਇਜ਼ ਇਕੁਅਲਸ ਟੂ D। ਇਹੀ ਕਰਦੇ ਹੁੰਦੇ ਸੀ ਨਾ ਆਪਾਂ। ਹੁਣ ਆਪਾਂ ਜੋ ਵੈਲਿਊ ਪੁੱਟ ਕਰਕੇ ਦੇਖ ਲਾਂਗੇ। ਸਪੋਜ਼ ਕਰ ਲਓ n ਦੀ ਵੈਲਿਊ ਆਪਾਂ 1 ਪੁੱਟ ਕਰਦੇ ਹਾਂ, ਸੋ ਇਹੀ ਕੀ ਆਏਗਾ D ਇਜ਼ ਇਕੁਅਲਸ ਟੂ A2 ਮਾਈਨਸ A1। ਜੇਕਰ ਇਹ ਸਾਰੇ ਫਾਰਮੂਲੇ ਨੂੰ, ਜਰਨਲ ਫਾਰਮੂਲੇ ਨੂੰ ਸੈਟੀਸਫਾਈ ਕਰਦੀ ਸੀ, ਦੈਨ ਆਪਾਂ ਇਸ ਨੂੰ ਕੀ ਬੋਲਦੇ ਸੀ, ਦਾ ਗਿਵਨ ਸੀਕੁਐਂਸ ਇਜ਼ ਅਰਥਮੈਟਿਕ ਸੀਕੁਐਂਸ ਔਰ ਅਰਥਮੈਟਿਕ ਪ੍ਰੋਗਰੈਸ਼ਨ। ਠੀਕ ਹੈ, ਹਾਂਜੀ। ਤਾਂ ਜਿਹਦੇ ਵਿੱਚ ਆਪਣਾ D ਕੀ ਹੁੰਦਾ ਸੀ, ਮੈਂ ਇੱਕ ਵਾਰ ਰਿਵਾਈਜ਼ ਕਰਵਾ ਰਿਹਾ, ਵੈਸੇ ਆਪਾਂ 10th 'ਚ ਕੀਤਾ ਹੋਇਆ। D ਕੀ ਹੁੰਦਾ ਸੀ ਆਪਣਾ ਕਾਮਨ ਡਿਫਰੈਂਸ, ਹੈ ਨਾ, ਕਾਮਨ ਡਿਫਰੈਂਸ। ਐਂਡ ਜਿਹੜਾ ਆਪਣੇ ਕੋਲ A2 A1 ਸੀਗੀਆਂ, ਇਹ ਆਪਣੀ ਫਸਟ ਟਰਮ ਸੀਗੀ। ਜਿਹੜੀ AN ਸੀ, ਇਹ ਕੀ ਸੀ, ਆਪਣੀ ਲਾਸਟ ਟਰਮ। ਠੀਕ ਹੈ, AN ਨੂੰ ਆਪਾਂ L ਦੇ ਇਕੁਅਲ ਵੀ ਰੱਖਦੇ ਹੁੰਦੇ ਸੀਗੇ। AN ਤੇ L ਸੇਮ ਹੀ ਹੈ, ਸੋ ਇਸ ਨੂੰ ਆਪਾਂ ਕੀ ਆਖਾਂਗੇ, ਲਾਸਟ ਟਰਮ। ਠੀਕ ਹੈ, ਐਂਡ ਇਸ ਦਾ ਆਪਾਂ ਇੱਕ ਫਾਰਮੂਲਾ ਕੀਤਾ ਸੀਗਾ, ਸਾਰਿਆਂ ਦੇ ਯਾਦ ਹੀ ਹੋਣਾ, nth ਟਰਮ ਕੱਢਣ ਦਾ ਜਾਂ L ਟਰਮ ਕੱਢਣ ਦਾ, ਲਾਸਟ ਟਰਮ AN ਇਜ਼ ਇਕੁਅਲਸ ਟੂ A ਪਲੱਸ n-1 ਇੰਟੂ D। ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਚੰਗੇ ਤਰੀਕੇ ਆਉਂਦਾ ਹੋਣਾ। ਠੀਕ ਹੈ, ਔਰ ਆਪਾਂ ਇਹ ਵੀ ਕਹਿ ਸਕਦੇ ਹਾਂ L ਇਜ਼ ਇਕੁਅਲਸ ਟੂ A ਪਲੱਸ n-1 ਇੰਟੂ D। ਠੀਕ ਹੈ, ਇਹ ਤਾਂ ਆਪਣਾ ਸੀਗਾ ਲਾਸਟ ਟਰਮ ਕੱਢਣ ਦਾ ਜਾਂ nth ਟਰਮ ਕੱਢਣ ਦਾ। ਠੀਕ ਹੈ, ਬਟ ਜੇਕਰ ਆਪਾਂ ਨੂੰ ਮਿਲ ਜੇ ਵੀ ਫਸਟ 100 ਟਰਮਸ ਦਾ ਸਮ ਦੱਸਣਾ, ਆਪਾਂ ਕਿੰਨਾ ਹੋਊਗਾ, ਸਮ ਦੱਸਣਾ ਵੀ ਕਿੰਨਾ ਹੋਊਗਾ। ਸੋ ਆਪਾਂ ਇੱਕ ਫਾਰਮੂਲਾ ਸਮ ਵਾਲਾ ਵੀ ਲਗਾਉਂਦੇ ਹੁੰਦੇ ਸੀ, ਯਾਦ ਹੀ ਹੈ ਨਾ। ਸੋ ਫਾਰਮੂਲਾ ਕੀ ਸੀਗਾ, SN ਇਜ਼ ਇਕੁਅਲਸ ਟੂ n/2। ਇੱਥੇ ਆਪਾਂ ਕੀ ਲਿਖਦੇ ਸੀਗੇ, A ਪਲੱਸ L। ਠੀਕ ਹੈ, ਇਹ ਤਾਂ ਯਾਦ ਹੀ ਹੈ ਨਾ। ਹੁਣ ਇੱਥੇ ਆਪਾਂ n ਦੀ ਵੈਲਿਊ, L ਦੀ ਵੈਲਿਊ ਪੁੱਟ ਕਰਕੇ ਇੱਕ ਹੋਰ ਫਾਰਮੂਲਾ ਵੀ ਬਣਾ ਸਕਦੇ ਹਾਂ। ਸੋ SN ਇਜ਼ ਇਕੁਅਲਸ ਟੂ n/2 A। L ਦੀ ਵੈਲਿਊ ਆਪਣੀ ਸੀਗੀ ਆਹ ਵਾਲੀ, ਸੋ ਇਹ ਪੁੱਟ ਕਰਤੀ A ਪਲੱਸ n-1 ਇੰਟੂ D। ਸੋ ਆਪਣਾ ਫਾਰਮੂਲਾ ਬਣ ਗਿਆ SN ਇਜ਼ ਇਕੁਅਲਸ ਟੂ n/2 2A ਪਲੱਸ n-1 ਇੰਟੂ D। ਸੋ ਆਪਣਾ ਇੱਕ ਫਾਰਮੂਲਾ ਆ ਵੀ ਆਪਾਂ ਯੂਜ਼ ਕਰਦੇ ਹਾਂ। ਠੀਕ ਹੈ, ਇੱਕ ਵਾਰ ਆਪਾਂ ਰਿਮਾਈਂਡ ਕਰਵਾ ਰਹੇ ਹਾਂ। ਸੋ ਆਪਾਂ ਇਸ ਦੇ ਵਿੱਚ ਚੈਪਟਰ ਵਿੱਚ ਆਹ 4 ਫਾਰਮੂਲੇ ਪੱਕਾ ਹੀ ਯੂਜ਼ ਕਰਾਂਗੇ। ਸੋ ਜਦੋਂ ਆਪਾਂ 100 ਟਰਮਸ ਦਾ ਸਮ ਪਤਾ ਕਰਨਾ, ਦੈਨ ਆਪਾਂ n ਦੀ ਜਗ੍ਹਾ ਤੇ ਕੀ ਪੁੱਟ ਕਰਾਂਗੇ, 100। ਆਪਾਂ ਇੱਕ ਕੱਲ ਪਜ਼ਲ ਵੀ ਪਾਈ ਸੀ ਇਹਦੇ ਨਾਲ ਦੀ, ਇੱਕ ਗੰਨਿਆਂ ਵਾਲਾ ਕੁਐਸਚਨ ਪਾਇਆ ਸੀਗਾ, ਉਹ ਆਹ ਫਾਰਮੂਲਾ ਲਗਾ ਕੇ ਸਿੰਪਲੀ ਸੋਲਵ ਹੋ ਰਿਹਾ ਸੀ, ਹੈ ਨਾ। ਸੋ 10th ਕਲਾਸ ਵਿੱਚ ਆਪਾਂ ਨੂੰ ਬਿਲਕੁਲ ਸਿੰਪਲ ਜਿਹੇ ਸਮ ਮਿਲਦੇ ਸੀ ਇਸ ਤਰੀਕੇ ਦੇ, ਡਿਟਰਮਾਈਨ AP whose third term is 5 and 7th term is 9। ਤਾਂ ਇਦਾਂ ਦੇ ਕੁਐਸਚਨ ਮਿਲਦੇ ਸੀ, ਆਪਾਂ ਇਸ ਫਾਰਮੂਲੇ ਵਿੱਚ ਪੁੱਟ ਕਰਕੇ ਸਿੰਪਲੀ ਇਹਨਾਂ ਨੂੰ ਸੋਲਵ ਕਰ ਲੈਂਦੇ ਸੀ। ਤਾਂ ਕਿਵੇਂ ਕਰਦੇ ਸੀ, ਇੱਕ ਵਾਰ ਕਰਕੇ ਦੇਖ ਲਈਏ, ਰਿਵਾਈਜ਼ ਹੋ ਜਾਊਗਾ ਆਪਣੇ। ਸੋ ਦੂਸਰੇ ਕੁਐਸਚਨ ਥੋੜੇ ਈਜ਼ੀ ਰਹਿਣਗੇ। ਹਾਂਜੀ, ਤਾਂ ਆਪਣੇ ਕੋਲੇ ਪਹਿਲਾਂ ਥਰਡ ਟਰਮ, ਸੋ n ਦੀ ਜਗ੍ਹਾ ਤੇ ਆਪਾਂ 3 ਪੁੱਟ ਕਰ ਦਿਆਂਗੇ, A3 A ਪਲੱਸ n-1। n ਦੀ ਜਗ੍ਹਾ ਤੇ ਕੀ ਪੁੱਟ ਕੀਤਾ, 3। ਸੋ ਇਹ ਆ ਜਾਏਗਾ ਆਪਣਾ 2D, ਹੈ ਨਾ। A3 ਦੀ ਵੈਲਿਊ ਕਿੰਨੀ ਦਿੱਤੀ ਹੋਈ ਆ, 5। ਸੋ ਆਪਣੇ ਕੋਲੇ ਪਹਿਲੀ ਇਕੁਏਸ਼ਨ ਇਹ ਬਣ ਗਈ। ਠੀਕ ਹੈ, ਇਹ ਵਾਲੀ A3 ਦੀ ਜਗ੍ਹਾ ਤੇ ਮੈਂ ਉੱਥੇ 5 ਲਿਖਤਾ। ਹਾਂਜੀ, ਤਾਂ ਦੂਸਰੀ ਇਕੁਏਸ਼ਨ ਆਪਣੀ ਕਿਹੜੀ ਬਣਦੀ ਸੀ, ਜਦੋਂ ਆਪਾਂ n ਦੀ ਜਗ੍ਹਾ ਤੇ 7 ਪੁੱਟ ਕਰਦੇ ਹਾਂ, ਬਿਕੋਜ਼ 7th ਟਰਮ ਕਿਹਾ ਉਹਨਾਂ ਨੇ। ਸੋ ਆਪਣੇ ਕੋਲੇ A7 ਇਜ਼ ਇਕੁਅਲਸ ਟੂ A ਪਲੱਸ n-1। n ਦੀ ਜਗ੍ਹਾ ਤੇ 7 ਪੁੱਟ ਕੀਤਾ ਤਾਂ ਕੀ ਬਣ ਜਾਏਗਾ, 6। 6D ਇਜ਼ ਇਕੁਅਲਸ ਟੂ ਕੀ ਲਿਖੀਏ, A7 ਦੀ ਕਿੰਨੀ ਵੈਲਿਊ ਆ, 9। ਸੋ ਇਹ ਆਪਣੀ ਦੂਸਰੀ ਇਕੁਏਸ਼ਨ ਬਣ ਜਾਂਦੀ ਸੀ। ਤਾਂ ਇੱਥੋਂ ਆਪਾਂ ਕੀ ਕਰਦੇ ਸੀਗੇ, ਭਾਵੇਂ ਆਪਾਂ ਸਬਸਟੀਟਿਊਸ਼ਨ ਲਾਉਂਦੇ ਸੀ, ਭਾਵੇਂ ਕੋਈ ਵੀ ਮੈਥਡ ਐਲੀਮੀਨੇਸ਼ਨ ਲਗਾ ਕੇ ਆਪਾਂ ਕੀ ਕਰਦੇ ਸੀ, A ਐਂਡ D ਦੀਆਂ ਵੈਲਿਊਜ਼ ਕੈਲਕੂਲੇਟ ਕਰ ਲੈਂਦੇ ਸੀ। ਠੀਕ ਹੈ, A ਤੇ D ਦੀਆਂ, ਯਾਦ ਆ ਨਾ। ਸੋ ਆਪਾਂ ਇੱਕ ਵਾਰ ਕਰਕੇ ਵੀ ਦੇਖ ਲਈਏ। ਜਿਵੇਂ ਆਪਾਂ ਸਬਟਰੈਕਸ਼ਨ ਕਰਤੀ ਤਾਂ ਇੱਥੇ ਮਾਈਨਸ ਆ ਗਿਆ, ਇੱਥੇ ਵੀ ਮਾਈਨਸ ਆ ਗਿਆ, ਐਂਡ ਇੱਥੇ ਮਾਈਨਸ। ਇਹ ਆਪਣਾ ਮਾਈਨਸ ਹੋ ਗਿਆ ਨਾ, ਇਹ ਵੀ ਮਾਈਨਸ, ਇਹ ਵੀ ਮਾਈਨਸ। ਸੋ ਆ ਤਾਂ ਕੱਟੇ ਜਾਣਗੇ ਪਹਿਲੀਆਂ 2 ਟਰਮਸ ਤਾਂ, ਐਂਡ ਇੱਥੇ ਕੀ ਆ ਜਾਏਗਾ, -4D, ਐਂਡ ਇੱਥੇ ਕੀ ਆ ਜਾਏਗਾ, -4। ਸੋ ਆਪਣੇ ਕੋਲੇ D ਦੀ ਵੈਲਿਊ ਕਿੰਨੀ ਬਣ ਜਾਏਗੀ,
इत्थों बन जाएगी डी की वैल्यू अपने को 1, ठीक है। एंड इसे वैल्यू ਨੂੰ ਆਪਾਂ ਕਿਸੇ ਵੀ ਇਕੁਏਸ਼ਨ 'ਚ ਪੁੱਟ ਕਰ ਦਿਆਂਗੇ, ਆਪਾਂ ए ਦੀ ਵੈल्यू ਵੀ ਕੈਲਕੂਲੇਟ ਕਰ ਲਾਂਗੇ। ਸੋ ए ਦੀ ਵੈल्यू ਕਿੰਨੀ ਆ ਜਾਏਗੀ, ਸਪੋਜ਼ ਕਰ ਲਓ 1 'ਚ ਪੁੱਟ ਕਰਦੇ ਹਾਂ ਆਪਾਂ a plus 2 into 1 is equals to 5। ਸੋ ਇੱਥੋਂ ਆਪਣੇ ਕੋਲੇ a ਜਾਣੀ ਕਿ a1 ਦੀ ਵੈल्यू ਆ ਜਾਏਗੀ 3, ਠੀਕ ਹੈ। ਸੋ ਹੁਣ ਆਪਾਂ ਈਜ਼ਲੀ AP ਸੀਕੁਐਂਸ ਕ੍ਰੀਏਟ ਕਰ ਸਕਦੇ ਸੀਗੇ। ਤਾਂ ਹੁਣ ਆਪਣੇ ਕੋਲੇ +1 ਦਾ ਜਿਹੜਾ ਕੁਐਸਚਨ ਆ ਉਹਦੇ ਵਿੱਚ ਵੀ ਕੰਮ ਸੇਮ ਹੀ ਆ, ਬਟ ਥੋੜੇ ਜਿਹੇ ਕੁਐਸਚਨ ਆਪਾਂ ਨੂੰ ਟਫ ਮਿਲਣਗੇ, ਸੋ ਧਿਆਨ ਨਾਲ ਕਰਨਾ। ਸੋ ਆਪਾਂ ਨੂੰ ਕੁਐਸਚਨ ਗਿਵਨ ਹੈ ਇਫ ਇਨ ਐਨ AP mth ਟਰਮ ਇਜ਼ n, ਆਪਾਂ ਨੂੰ mth ਟਰਮ ਦਿੱਤੀ ਹੋਈ ਹੈ n, ਤਾਂ ਪਹਿਲਾਂ ਆਪਾਂ ਨਾਲ ਦੀ ਨਾਲ ਲਿਖਦੇ ਰਹੀਏ am ਆਪਾਂ ਨੂੰ ਕੀ ਦਿੱਤੀ ਹੋਈ ਹੈ n, ਠੀਕ ਹੈ। ਐਂਡ ਉਸ ਤੋਂ ਬਾਅਦ ਹੋਰ ਕੀ ਦਿੱਤਾ ਹੋਇਆ nth ਟਰਮ ਇਜ਼ m, ਤਾਂ ਆਪਾਂ ਨੂੰ nth ਟਰਮ ਦਿੱਤੀ ਹੋਈ ਹੈ m, ਠੀਕ ਹੈ। ਐਂਡ ਆਪਾਂ ਕੈਲਕੂਲੇਟ ਕੀ ਕਰਨਾ, ਫਾਈਂਡ pth ਟਰਮ। ਸੋ ਆਪਾਂ ਇਹ ਕੈਲਕੂਲੇਟ ਕਰਨਾ, ਕਲੀਅਰ। ਸੋ ਹੁਣ ਜੇਕਰ ਆਪਾਂ ਪਹਿਲੀ ਚੀਜ਼ ਨੂੰ ਆਪਾਂ ਕਿੱਦਾਂ ਲਿਖ ਸਕਦੇ ਹਾਂ, ਸੋ ਪਹਿਲਾਂ ਆਪਾਂ ਇੱਥੇ ਪੁੱਟ ਕਰਦੇ ਹਾਂ m। ਸੋ ਇਸ ਨੂੰ ਆਪਾਂ ਲਿਖ ਸਕਦੇ ਹਾਂ ਜੀ am is equals to a plus m minus 1 into d। ਇਸ ਤਰੀਕੇ ਲਿਖ ਸਕਦੇ ਹਾਂ। am ਦੀ ਵੈਲਿਊ ਕਿੰਨੀ ਦਿੱਤੀ ਹੋਈ ਹੈ ਆਪਾਂ ਨੂੰ n, ਸੋ ਮੈਂ is equals to n ਹੀ ਪੁੱਟ ਕਰਤੀ, ਠੀਕ ਹੈ। ਸੋ ਇਹ ਆਪਣੀ ਬਣ ਗਈ ਬਿਲਕੁਲ ਸੇਮ ਫਸਟ ਇਕੁਏਸ਼ਨ, ਠੀਕ ਹੈ। ਦੂਸਰੀ ਇਕੁਏਸ਼ਨ ਆਪਾਂ ਜੇ ਇਸ ਤੋਂ ਬਣਾਈਏ an is equals to a plus n minus 1 into d। ਸੋ an ਦੀ ਵੈਲਿਊ ਕਿੰਨੀ ਦਿੱਤੀ ਹੋਈ ਹੈ m, ਸੋ ਇੱਥੇ ਆਪਾਂ ਇਹ ਵੈਲਿਊ ਪੁੱਟ ਕਰਤੀ। ਇਹ ਆਪਣੀ ਦੂਸਰੀ ਇਕੁਏਸ਼ਨ ਬਣ ਗਈ, ਠੀਕ ਹੈ। ਹੁਣ ਬਿਲਕੁਲ ਸੇਮ ਜਿਵੇਂ ਆਪਾਂ ਪਿਛਲੇ ਸਮ 'ਚ ਕੀਤਾ ਸੀ 10th ਕਲਾਸ ਵਾਲੇ 'ਚ, ਆਪਾਂ ਕੀਤਾ ਸੀਗਾ ਵੀ ਆਪਾਂ ਇੱਥੇ ਕੋਈ ਵੀ ਮੈਥਡ ਲਗਾਈਏ ਵੈਲਿਊਜ਼ ਕੈਲਕੂਲੇਟ ਕਰਦੇ ਹਾਂ, ਤਾਂ ਮੈਂ ਇੱਥੇ ਉੱਦਾਂ ਹੀ ਸਬਟਰੈਕਸ਼ਨ ਫੇਰ ਕਰਤੀ। ਸੋ ਆਹ ਕੱਟੇ ਗਏ, ਇਹ ਕੀ ਬਣ ਜਾਏਗਾ ਆਪਣਾ m-1 ਮਾਈਨਸ n-1, ਜਿਹੜਾ ਆਪਣਾ d ਹੈ ਇਹ ਸਾਰੇ ਦੇ ਵਿੱਚੋਂ ਹੀ ਕਾਮਨ ਆ ਗਿਆ। ਇਧਰਲੇ ਪਾਸੇ ਕੀ ਰਹਿ ਜਾਏਗਾ n-m, ਠੀਕ ਹੈ। ਸੋ ਇੱਥੋਂ ਆਪਾਂ ਵੈਲਿਊ ਕੈਲਕੂਲੇਟ ਕਰਦੇ ਹਾਂ, ਪਹਿਲਾਂ ਇਸ ਨੂੰ ਸੋਲਵ ਕਰ ਲਈਏ। m-1 ਮਾਈਨਸ n ਪਲੱਸ 1 ਇੰਟੂ d ਇਜ਼ ਇਕਵਲ ਟੂ n-m। ਸੋ ਇਹ ਆਪਣਾ ਆਤਾ ਕੱਟੇ ਗਏ, ਇਹ ਰਹਿ ਗਿਆ ਆਪਣੇ ਕੋਲੇ m-n ਇੰਟੂ d ਇਜ਼ ਇਕਵਲ ਟੂ n-m। ਸੋ ਇਸ ਨੂੰ d ਦੀ ਵੈਲਿਊ ਆਪਣੇ ਕੋਲੇ ਆ ਗਈ n-m ਅਪੋਨ m-n। ਸੋ ਆਪਾਂ ਇਦਾਂ ਕਰਦੇ ਹਾਂ, ਕਿਸੇ ਵੀ ਇੱਕ ਚੋਂ ਮਾਈਨਸ ਕਾਮਨ ਕੱਢ ਲੈਂਦੇ ਹਾਂ। ਸੋ ਇਹ ਬਣ ਜਾਏਗਾ, ਜਿਵੇਂ ਆਪਾਂ ਉੱਪਰਲੇ ਚੋਂ ਮਾਈਨਸ ਕਾਮਨ ਕੱਢ ਲਈ ਤਾਂ ਇਹ ਰਹਿ ਜਾਏਗਾ m-n ਹੀ ਹੋ ਜਾਏਗਾ। ਨੀਚੇ ਆਪਣੇ ਕੋਲੇ m-n ਹੀ ਪਿਆ, ਸੋ ਇਹ ਕੱਟੇ ਜਾਣਗੇ, ਤਾਂ ਇੱਥੋਂ ਆਪਣੇ ਕੋਲੇ d ਦੀ ਵੈਲਿਊ ਕਿੰਨੀ ਆ ਗਈ -1, ਕਲੀਅਰ। ਸੋ ਹੁਣ ਆਪਾਂ d ਦੀ ਵੈਲਿਊ ਨੂੰ ਫਸਟ ਇਕੁਏਸ਼ਨ ਦੇ ਵਿੱਚ ਪੁੱਟ ਕਰਦੇ ਹਾਂ, ਤਾਂ ਜੋ ਆਪਣੀ a ਦੀ ਵੈਲਿਊ ਵੀ ਆ ਜਾਏ, ਜਿਵੇਂ ਆਪਾਂ ਇੱਧਰ ਕੀਤੀ ਸੀ। ਸੋ ਆਪਣੀ ਫਸਟ ਇਕੁਏਸ਼ਨ ਕੀ ਸੀਗੀ, a is equals to m-1, a is equals to a plus m-1 into d ਕਿਹਦੇ ਇਕੁਅਲ ਸੀ ਆਪਣਾ n ਦੀ, ਠੀਕ ਹੈ। ਫਸਟ ਇਕੁਏਸ਼ਨ 'ਚ ਪੁੱਟ ਕਰ ਰਹੇ ਹਾਂ ਆਪਾਂ, ਹਾਂਜੀ। ਤਾਂ d ਦੀ ਵੈਲਿਊ ਕਿੰਨੀ ਪੁੱਟ ਕਰਨੀ ਹੈ ਆਪਾਂ -1। ਸੋ ਆਪਣੇ ਕੋਲ a plus m-1 into -1 is equals to n। ਸੋ ਇਹ ਬਣ ਜਾਏਗਾ ਆਪਣਾ a plus ਅੰਦਰ ਮਲਟੀਪਲਾਈ ਕਰਦੇ ਆਪਾਂ, ਇਹ -m ਹੋ ਗਿਆ ਐਂਡ ਦੂਸਰਾ ਆਪਣੇ ਕੋਲੇ +1 ਇਜ਼ ਇਕਵਲ ਟੂ n। ਹਾਂਜੀ, ਤਾਂ ਜੇਕਰ ਆਪਾਂ ਇੱਥੋਂ a ਦੀ ਵੈਲਿਊ ਬਣਾਈਏ, a ਦੀ ਵੈਲਿਊ ਬਣ ਗਈ n plus m minus 1। ਆ ਚੀਜ਼ ਉਧਰ ਚਲੀ ਗਈ ਨਾ, ਸੋ ਇਹ ਆਪਣੀ a ਦੀ ਵੈਲਿਊ ਆ ਗਈ, ਕਲੀਅਰ। ਹੁਣ ਆਪਾਂ ਕੱਢਣਾ ਕੀ ਸੀਗਾ, ਆਪਾਂ ਕੱਢਣਾ ਸੀ p ਦੀ ਵੈਲਿਊ, a pth ਵੈਲਿਊ, ਠੀਕ ਹੈ, pth ਟਰਮ ਕੱਢਣੀ ਸੀ। ਸੋ ਆਪਣੇ ਕੋਲੇ ਸਿੰਪਲ ਹੀ ਹੈ, ਕੀ ਫਾਰਮੂਲਾ ਹੋਏਗਾ a plus p-1 into d, ਇਹੀ ਰਹੇਗਾ। ਸੋ ਹੁਣ ਆਪਾਂ a ਦੀ ਵੈਲਿਊ ਪੁੱਟ ਕਰ ਦਿੰਦੇ ਹਾਂ, d ਦੀ ਵੀ, ਐਂਡ ਆਪਣਾ ਰਿਕੁਆਇਰਡ ਆਨਸਰ ਆ ਜਾਏਗਾ। ਸੋ a ਦੀ ਵੈਲਿਊ ਕਿੰਨੀ ਹੈ ਆਪਣੀ n plus m-1। ਸੋ ਆਪਾਂ ਵੈਲਿਊ ਪੁੱਟ ਕਰਦੇ ਹਾਂ a ਦੀ ਜਗ੍ਹਾ ਤੇ n plus m-1 ਪਲੱਸ p-1 ਉੱਦਾਂ ਹੀ ਇੰਟੂ d, d ਦੀ ਵੈਲਿਊ ਕਿੰਨੀ ਸੀ -1। ਸੋ ਆਪਣੇ ਕੋਲੇ n plus m-1 ਇਹ ਕੀ ਹੋ ਗਈ ਸੋਲਵ ਹੋ ਕੇ -p+1। ਸੋ ਆਪਣੇ ਕੋਲੇ ਆਹ ਦੋਨੋਂ ਤਾਂ ਕੱਟੇ ਗਏ। ਸੋ ਆਪਣੇ ਕੋਲੇ ਵੈਲਿਊ ਆ ਗਈ n plus m minus p,
ठीक है, ये अपने को रिक्वायर्ड आंसर आ गया। सो अपने को नैक्सट सम है, इफ सम ऑफ n टर्म्स ऑफ AP इज दिस वन। ये काफ़ी इंपॉर्टेंट सम है। फाइंड कॉमन डिफरेंस। तो ਆਪਾਂ ਨੂੰ ਸਮ ਦਿੱਤਾ ਹੋਇਆ AP ਦਾ, ਆਪਾਂ ਕਾਮਨ ਡਿਫਰੈਂਸ ਕੈਲਕੂਲੇਟ ਕਰਨਾ। ਸੋ ਜੇਕਰ ਆਪਾਂ ਕਾਮਨ ਡਿਫਰੈਂਸ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਕੋਲੇ ਕਾਮਨ ਡਿਫਰੈਂਸ ਤਾਂ ਇਹੀ ਹੁੰਦਾ ਵੀ A2 A1, ਇੱਥੋਂ ਹੀ ਆਪਣਾ ਕਾਮਨ ਡਿਫਰੈਂਸ ਨਿਕਲਦਾ। ਸੋ ਜੇਕਰ ਆਪਾਂ A2 ਐਂਡ A1 ਕੈਲਕੂਲੇਟ ਕਰ ਲਈਏ ਤਾਂ ਆਪਣਾ ਆਨਸਰ ਆ ਜਾਊਗਾ, ਹੈ ਨਾ। ਸੋ ਆਪਾਂ ਕੋਸ਼ਿਸ਼ ਕਰਦੇ ਹਾਂ। ਹਾਂਜੀ, ਤਾਂ ਆਪਾਂ ਨੂੰ ਗਿਵਨ ਕੀ ਹੈ, ਇਫ ਸਮ ਆਫ n ਟਰਮਸ ਆਫ AP। ਸੋ ਪਹਿਲਾਂ ਆਪਾਂ AP ਲਿਖਦੇ ਹਾਂ, ਲੈਟ A1 A2 up to AN be given AP, ਠੀਕ ਹੈ। ਜਿਹਦਾ ਆਪਾਂ ਨੂੰ ਸਮ ਕਿੰਨਾ ਦਿੱਤਾ ਹੋਇਆ, ਸਮ ਨੂੰ ਆਪਾਂ ਲਿਖ ਲਈਏ SN is equals to NP plus half n minus 1 into Q। ਜਿਹੜੇ P ਤੇ Q ਆ ਇਹ ਕੌਨਸਟੈਂਟਸ ਆ, ਹੋਰ ਕੁਛ ਨਹੀਂ, ਠੀਕ ਹੈ। ਹਾਂਜੀ, ਤਾਂ ਜਿਵੇਂ ਕਿ ਹੁਣ ਆਪਾਂ ਨੂੰ ਪਤਾ ਵੀ ਜਿਹੜੀ S1 ਹੁੰਦੀ ਹੈ ਤੇ A1 ਹੁੰਦੀ ਹੈ ਉਹ ਸੇਮ ਹੀ ਹੁੰਦੀਆਂ, ਬਿਕੋਜ਼ ਜਿਵੇਂ ਆਪਣੇ ਕੋਲੇ ਹੁਣ ਇੱਕ ਸੀਕੁਐਂਸ ਦਿੱਤੀ ਹੋਈ ਹੈ ਇਸ ਤਰੀਕੇ ਦੀ 1 2 3 ਅਪ ਟੂ ਸੋ ਔਨ। ਜੇਕਰ ਆਪਾਂ S1 ਕੱਢਣਾ ਹੋਵੇ, S1 ਤਾਂ ਓਬਵੀਅਸਲੀ ਪਹਿਲੀ ਟਰਮ ਹੀ ਆਏਗੀ ਓਨਲੀ, ਐਂਡ A1 ਵੀ ਇਹੀ ਹੁੰਦੀ ਹੈ। ਸੋ S1 ਤੇ A1 ਹਮੇਸ਼ਾ ਕੀ ਹੁੰਦੀਆਂ ਆਪਣੀਆਂ, ਸੇਮ ਹੀ ਹੁੰਦੀਆਂ। ਸੋ ਆਪਾਂ ਇੱਥੋਂ S1 ਕੈਲਕੂਲੇਟ ਕਰਦੇ ਹਾਂ ਪਹਿਲਾਂ, ਤਾਂ ਜੋ ਆਪਣਾ A1 ਆ ਸਕੇ। ਸੋ S1 ਕਿੰਨਾ ਆ ਜਾਏਗਾ, n ਦੀ ਜਗ੍ਹਾ ਤੇ 1 ਪੁੱਟ ਕਰਦੇ ਹਾਂ, ਇੱਥੇ P ਰਹਿ ਜਾਏਗਾ, ਇੱਥੇ ਹਾਫ, ਇੱਥੇ ਆਪਾਂ 1 ਮਾਈਨਸ 1 ਇੰਟੂ Q। ਸੋ 1 ਮਾਈਨਸ 1 0 ਹੋ ਜਾਏਗਾ, ਪਿਛਲੀ ਸਾਰੀ ਟਰਮ ਤਾਂ 0 ਹੀ ਹੋ ਜਾਏਗੀ। ਸੋ S1 ਇਜ਼ ਇਕਵਲਸ ਟੂ A1, ਆਪਣਾ ਕਿੰਨਾ ਆ ਗਿਆ P, ਕੱਲਾ P ਰਹਿ ਗਿਆ ਨਾ ਬਾਕੀ, ਠੀਕ ਹੈ। ਇਹ ਚੀਜ਼ ਸਮਝ ਆ ਗਈ। ਇਸ ਤੋਂ ਬਾਅਦ ਹੁਣ ਆਪਾਂ ਇੱਥੇ ਹੀ S2 ਪੁੱਟ ਕਰਦੇ ਹਾਂ, ਮਤਲਬ ਕਿ n ਦੀ ਜਗ੍ਹਾ ਤੇ 2 ਪੁੱਟ ਕਰਦੇ ਹਾਂ। ਸੋ ਜੇਕਰ ਆਪਾਂ n ਦੀ ਜਗ੍ਹਾ ਤੇ 2 ਪੁੱਟ ਕਰੀਏ, ਆਪਣਾ ਇਹ ਆ ਜਾਏਗਾ S2 is equals to 2P plus 2 minus 1 into Q। सो यही आ जाएगा अपना 2P, 2 ਨਾਲ 2 ਚਲਾ ਜਾਏਗਾ, ਇਹ ਬਣ ਜਾਏਗਾ Q। ਹਾਂਜੀ, ਤਾਂ S2 ਨੂੰ ਆਪਾਂ ਕੀ ਲਿਖ ਸਕਦੇ ਹਾਂ, ਹੁਣ ਦੇਖੋ ਜਿਹੜਾ S2 ਆ ਉਹ ਫਸਟ ਦੋਨੋਂ ਟਰਮਸ ਦਾ ਸਮ ਹੁੰਦਾ। ਸੋ S2 ਨੂੰ ਆਪਾਂ ਇਹ ਵੀ ਲਿਖ ਸਕਦੇ ਹਾਂ A1 plus A2, ਹੈ ਨਾ, ਪਹਿਲੀਆਂ ਦੋਨਾਂ ਟਰਮਸ ਦਾ ਐਡ ਹੀ ਹੁੰਦਾ ਨਾ। ਸੋ ਆਪਾਂ ਇੱਥੇ ਲਿਖ ਦਿੰਦੇ ਹਾਂ A1 plus A2। ਸੋ ਆਪਣੇ ਕੋਲੇ A2 ਦੀ ਵੈਲਿਊ ਕਿੰਨੀ ਆ ਜਾਏਗੀ, ਇੱਥੋਂ 2P plus Q minus A1। ਸੋ ਆਪਣੇ ਕੋਲੇ A2 ਦੀ ਵੈਲਿਊ ਆ ਜਾਏਗੀ, A1 ਦੀ ਵੈਲਿਊ ਪੁੱਟ ਕਰ ਦਿੰਦੇ ਹਾਂ ਆਪਾਂ। A1 ਦੀ ਵੈਲਿਊ ਕਿੰਨੀ ਸੀਗੀ P। ਸੋ ਆਪਣੇ ਕੋਲੇ 2P plus Q minus P। ਸੋ ਆਪਣੇ ਕੋਲੇ ਇੱਥੋਂ A2 ਦੀ ਵੈਲਿਊ ਆ ਗਈ P plus Q, ਠੀਕ ਹੈ। ਸੋ ਹੁਣ ਆਪਣੇ ਕੋਲੇ ਦੇਖੋ A1 ਦੀ ਵੈਲਿਊ ਵੀ ਹੈਗੀ ਆ, A2 ਦੀ ਵੀ ਹੈਗੀ ਹੈ। ਸੋ ਆਪਾਂ ਕਾਮਨ ਡਿਫਰੈਂਸ ਕੈਲਕੂਲੇਟ ਕਰ ਸਕਦੇ ਹਾਂ। ਸੋ ਆਪਾਂ ਵੈਲਿਊਜ਼ ਪੁੱਟ ਕਰ ਦਿੰਦੇ ਹਾਂ, ਇੱਥੇ ਲਿਖ ਦਿੰਦੇ ਹਾਂ ਕਾਮਨ ਡਿਫਰੈਂਸ D ਕੀ ਆ ਜਾਏਗਾ ਆਪਣਾ A2 ਮਾਈਨਸ A1। A2 ਕੀ ਹੈ ਆਪਣੇ ਕੋਲੇ ਹੁਣ P plus Q, ਐਂਡ A1 ਕੀ ਹੈ P। ਸੋ ਆਪਣਾ ਕਾਮਨ ਡਿਫਰੈਂਸ ਕੀ ਆ ਜਾਏਗਾ, ਓਨਲੀ Q, ਠੀਕ ਹੈ। ਇਹ ਆਪਣਾ ਰਿਕੁਆਇਰਡ ਆਨਸਰ ਆ। ਇਹਨਾਂ ਕੁਐਸਚਨਸ ਨੂੰ ਹੀ ਆਪਾਂ ਆਪ ਟਰਾਈ ਕਰਕੇ ਦੇਖਣਾ, ਫਿਰ ਇਹਨਾਂ ਦਾ ਫਲੋ ਬਣ ਜਾਊਗਾ, ਕਿਉਂਕਿ ਇਦੋਂ ਅੱਗੇ ਔਖੇ ਕੁਐਸਚਨਸ ਆਉਣਗੇ, ਫਿਰ ਆਪਣਾ ਥੋੜਾ ਈਜ਼ੀ ਰਹੇਗਾ। ਐਂਡ ਆਪਣੇ ਕੋਲੇ ਨੈਕਸਟ ਟੌਪਿਕ ਹੈ ਅਰਥਮੈਟਿਕ ਮੀਨ। ਹਾਂਜੀ, ਤਾਂ ਅਰਥਮੈਟਿਕ ਮੀਨ ਦਾ ਕੀ ਮਤਲਬ ਆ, ਜਿਵੇਂ ਆਪਾਂ ਨੂੰ ਸਪੋਜ਼ ਕਰ ਲਓ ਦੋ ਨੰਬਰਸ ਗਿਵਨ ਆ A ਐਂਡ B, ਐਂਡ ਜੇਕਰ ਆਪਾਂ ਇਹਨਾਂ ਦਾ ਅਰਥਮੈਟਿਕ ਮੀਨ ਕੈਲਕੂਲੇਟ ਕਰਨਾ, ਪਹਿਲਾਂ ਤਾਂ ਅਰਥਮੈਟਿਕ ਮੀਨ ਨੂੰ ਆਪਾਂ ਇੱਕ ਵਾਰ ਇੱਦਾਂ ਲਿਖ ਦਿੰਦੇ ਹਾਂ, AM ਨਾਲ ਡਿਨੋਟ ਕੀਤਾ ਜਾਂਦਾ। ਤਾਂ ਵੈਸੇ ਆਪਾਂ ਇੱਦਾਂ ਕਰਦੇ ਹਾਂ ਵੀ ਇਹਨਾਂ ਦੇ ਵਿੱਚ ਆਪਾਂ ਇੱਕ ਨੰਬਰ ਇਨਸਰਟ ਕਰ ਦਿੰਦੇ ਹਾਂ। ਸਪੋਜ਼ ਕਰ ਲਓ A, ਠੀਕ ਹੈ, A ਨੂੰ ਆਪਾਂ ਇਨਸਰਟ ਕਰਤਾ ਇਹਨਾਂ ਦੇ ਵਿੱਚ। ਤਾਂ ਜਿਹੜਾ A ਆ, ਇਸ ਨੂੰ ਮੈਂ ਇੱਦਾਂ ਕਹਿ ਰਿਹਾ ਵੀ ਇਹ ਅਰਥਮੈਟਿਕ ਮੀਨ ਆ। ਸੋ ਆਪਾਂ ਇਸ ਨੂੰ ਕਿੱਦਾਂ ਲਿਖਾਂਗੇ, A ਇਜ਼ ਇਕਵਲਸ ਟੂ A plus B upon 2। ਕਲੀਅਰ। ਹਮੇਸ਼ਾ ਜਦੋਂ ਅਰਥਮੈਟਿਕ ਮੀਨ ਦੀ ਆਪਾਂ ਗੱਲ ਕਰੀਏ ਦੋਨਾਂ ਟਰਮਸ ਦੇ ਵਿੱਚ, ਤਾਂ ਉਹਨਾਂ ਦਾ ਐਡ ਡਿਵਾਈਡ ਬਾਈ 2। ਫੋਰ ਐਗਜ਼ਾਮਪਲ ਜਿਵੇਂ ਆਪਾਂ ਅਰਥਮੈਟਿਕ ਮੀਨ ਕੱਢਣਾ ਹੋਵੇ 4 ਐਂਡ 6 ਦਾ, ਸੋ ਕਿੰਨਾ ਆ ਜਾਏਗਾ, ਕੈਲਕੂਲੇਟ, ਆਪਾਂ ਲਿਖ ਦਿੰਦੇ ਹਾਂ ਕੈਲਕੂਲੇਟ ਅਰਥਮੈਟਿਕ ਮੀਨ ਆਫ 4 ਐਂਡ 6। ਸੋ ਕਿੰਨਾ ਆ ਜਾਏਗਾ
4 + 6 / 2, सो ये आ जाएगा अपने को 5। ठीक है, क्लीयर, समझ आ गई ना भी दो नंबर्स का जो भी आप अर्थमैटिक मीन कटना तो उन्हों का ऐड / 2 ਜਾਂ ਆਪਾਂ ਜਿਵੇਂ ਕਹਿ ਸਕਦੇ ਹਾਂ ਐਵਰੇਜ। ठीक है, सम अपॉन नंबर ऑफ टर्म्स, वो भी उदा भी आप कर सकते हैं। एंड अपना नेक्स्ट क्वेश्चन है, इंसर्ट 6 नंबर्स बिटवीन 3 and 24 सच दैट रिजल्टिंग सीक्वेंस इज AP। ठीक है, आप 6 नंबर्स इंसर्ट करने आ, अपने को दिता होया 3 and 24 दिता होया, इन्हां दे विचाले आप 6 नंबर्स इंसर्ट करने आ। ठीक है, जिवें आप इत्थे A ते B दे विचाले A इंसर्ट कीता सी, सो आप लेट करते हैं, लेट A1 A2 A3 A4 A5 and A6 भी 6 नंबर्स जिहड़े आपां इंसर्ट कीते विच। ठीक है, दैट कैन बी इंसर्टेड बिटवीन 3 and 4, 3 and 24। क्लीयर, सो अपने को सीक्वेंस की बन जाएगी, पहला 3, उस तो बाद A1, फिर A2, फिर A3, फिर A4, A5, A6 एंड लास्ट ते 24। ठीक है, ये हुण अपनी की बन गई AP सीक्वेंस बन गई, बिकॉज इन्होंने कहा सीगा सच दैट द रिजल्टिंग सीक्वेंस इज AP। सो हुण ये अपनी सीक्वेंस आ जिहड़ी ये की बन गई AP। ठीक है, हाँ जी, तो हुण AP दे विच जेकर आपां फर्स्ट टर्म की गल करिए, फर्स्ट टर्म अपनी की हुंदी है A1 अपनी कितनी है 3। ठीक है, एंड जेकर आप लास्ट टर्म यानी कि L की गल करिए तो यह अपनी कितनी है 24। एंड जेकर आप गल करिए कॉमन डिफरेंस D की तो यह हजे आपां नूं नहीं पता। ठीक है, आपां नूं होर की पता है, आपां नूं एक पता N की वैल्यू पता भी टोटल नंबर ऑफ टर्म्स कितनी है। सो 6 तो आपां विच इंसर्ट कीतियां एंड 2 A वालियां सी, सो टोटल टर्म्स कितनी हो गई 8। N की वैल्यू पता आपां नूं 8। सो आप जेकर फॉर्मूला लगाइए A8 का, ਜਾਂ ਆਪਾਂ ਨੂੰ ਕੋਲੇ ਆਹ ਫਾਰਮੂਲਾ ਸੀਗਾ ਨਾ AN = A + N-1 × D, ਇਹ ਵਾਲਾ ਫਾਰਮੂਲਾ ਸੀਗਾ, ਜਾਂ ਆਪਾਂ L ਵਾਲਾ ਲਗਾ ਦੋ ਕੋਈ ਵੀ। ਸੋ ਹੁਣ ਆਪਣੇ ਕੋਲੇ A8 = N ਦੀ ਜਗ੍ਹਾ ਤੇ 8 ਪੁੱਟ ਕਰ ਰਹੇ ਹਾਂ, A1 ਦੀ ਵੈਲਿਊ ਕਿੰਨੀ ਹੈ 3 + 8 - 1 ਹੋ ਜਾਏਗਾ 7 × D। हाँ जी, तो A8 की वैल्यू भी अपने को गिवन है कितनी 24, भावें तो लास्ट टर्म कह लो भावें A8 कह दो। सो इत्थे आप 24 पुट कर देंगे, सो = 3 + 7D। सो इत्थों अपने को 21 = 7D। सो इत्थों अपने को D की वैल्यू कितनी आ जाएगी 3। ठीक है, हाँ जी, तो हुण अपने को फॉर्मूला की हुंदा है कॉमन डिफरेंस का। कॉमन डिफरेंस का फॉर्मूला हुंदा A2 - A1, यही हुंदा है। तो हुण अपने को A2 की है A1 एंड जी A1 की वैल्यू है यह कितनी है 3। सो आप वैल्यूज पुट करते हैं, D = तो अपना आ गया 3 एंड A2 की वैल्यू कितनी है इतने अपने को वड्डी वाली A1 एंड इसकी वैल्यू कितनी है 3। सो अपने को A1 की वैल्यू कितनी आ जाएगी, कैलकुलेट करके अपने को A1 की वैल्यू आ जाएगी 6। ठीक है, सिमिलरली A2 की वैल्यू बस हुण तो आप 3 ऐड करते जाना। सो A2 की वैल्यू आ जाएगी अपने को 9, A3 की आ जाएगी 3 ऐड कर दिए इस विच कितना बन जाएगा 12, A4 अपने को आ जाएगा 15 एंड A5 आ जाएगा अपने को 18 एंड A6 कितना आ जाएगा 21 एंड उस तो बाद अगला तो अपन पता ही है लास्ट वन 24। सो इस तरीके का क्वेश्चन भी अपन मिल सकता। सो आह वाला पेज अपना अज का होमवर्क रहेगा, ये क्वेश्चन आप ट्राई करने हैं बिल्कुल सेम आ जिमें आप 10th क्लास में किए थे। पहला क्वेश्चन है फाइंड द सम ऑफ ऑल नेचुरल नंबर्स लाइंग बिटवीन 100 and 1000। सो इन्हों के बिटवीन लाई करते होने चाहिए जी 100 and 1000 के। सो ये तुसीं देखना भी आप 100 ते 1000 नूं लेना कि नहीं लेना। ठीक है, हाँ जी, तो फाइंड द सम ऑफ ऑड इंटीजर्स फ्रॉम 1 to 2001। ऑड इंटीजर्स का आप सम कैलकुलेट करना, तो सम का भी आप फॉर्मूला किया ही होया। एंड थर्ड क्वेश्चन थोड़ा जिहा औखा रहेगा, हाउ मैनी टर्म्स ऑफ AP। आपां नूं एक AP सीरीज गिवन है, उन्होंने N की वैल्यू कैलकुलेट करने को कहा, वो कहते भी आप सम बनाना -25। सो N की वैल्यू कितनी होएगी, कितनी नंबर ऑफ टर्म्स आपां नूं चाहिए होणगियां। ठीक है,
ਤਾਂ ਜੋ ਆਪਣਾ ਸਮ ਕਿੰਨਾ ਆ ਜੇ -25। ਸੋ ਇਹੀ ਕੁਐਸਚਨਸ ਆਪਾਂ ਅੱਜ ਟਰਾਈ ਕਰਨੇ ਆ ਐਂਡ ਜਿਹੜੇ ਆਪਾਂ ਅੱਜ ਕੁਐਸਚਨ ਕੀਤੇ ਆ ਉਹਨਾਂ ਨੂੰ ਵੀ ਕਰਨਾ। ਸੋ ਗੁੱਡ ਬਾਏ ਸਟੂਡੈਂਟਸ, ਹੈਵ ਅ ਨਾਈਸ ਡੇ।